ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਕਲਾਸ 10th ਦਾ ਪਾਠ ਨੰਬਰ 6 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਸੰਤੁਲਿਤ ਭਾਵੁਕ ਵਿਕਾਸ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਸੰਤੁਲਿਤ ਭਾਵੁਕ ਵਿਕਾਸ ਭਾਵ ਆਪਣੇ ਮਨ ਦੇ ਖੁਸ਼ੀ, ਗਮੀ, ਗੁੱਸੇ, ਪਿਆਰ, ਨਫ਼ਰਤ ਆਦਿ ਦੇ ਵਿਚਾਰਾਂ ਦਾ ਉਚਿਤ ਮਾਤਰਾ ਵਿੱਚ ਵਿਕਾਸ ਕਰਨਾ। ਤਾਂ ਦੋਸਤੋ, ਹਰੇਕ ਇਨਸਾਨ ਦੇ ਅੰਦਰ ਕਈ ਤਰ੍ਹਾਂ ਦੇ ਭਾਵ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਇਮੋਸ਼ਨਸ ਕਹਿ ਦਿੰਦੇ ਹਾਂ। ਇਹ ਦੁੱਖ ਵਾਲੇ, ਸੁੱਖ ਵਾਲੇ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਹੁੰਦੇ ਹਨ। ਇਹਨਾਂ ਦਾ ਉਚਿਤ ਮਾਤਰਾ ਵਿੱਚ ਹੋਣਾ ਜ਼ਰੂਰੀ ਹੈ। ਜੇਕਰ ਇਹਨਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਵੀ ਸਾਡੇ ਲਈ ਨੁਕਸਾਨਦਾਇਕ ਹੁੰਦੇ ਹਨ। ਜੇਕਰ ਇਹ ਬਹੁਤ ਜ਼ਿਆਦਾ ਘਟ ਜਾਣ ਤਾਂ ਵੀ ਸਾਡੇ ਲਈ ਨੁਕਸਾਨਦਾਇਕ ਹੁੰਦੇ ਹਨ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦਾ ਅਰਥ ਸਮਝ ਲਿਆ ਹੋਵੇਗਾ। ਇਸ ਪਾਠ ਦੇ ਕੁੱਲ 4 ਭਾਗ ਹਨ। ਪਹਿਲਾ ਭਾਗ ਭਾਵਨਾਵਾਂ ਦਾ ਵਹਾਅ ਭਾਵ ਆਪਣੇ ਮਨ ਵਿੱਚ ਪੈਦਾ ਹੋਣ ਵਾਲੇ ਚੰਗੇ ਤੇ ਮਾੜੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ। ਭਾਵਨਾਵਾਂ ਭਾਵ ਇਮੋਸ਼ਨਸ ਜੋ ਚੰਗੀਆਂ ਵੀ ਹੋ ਸਕਦੀਆਂ ਹਨ ਅਤੇ ਮਾੜੀਆਂ ਵੀ ਹੋ ਸਕਦੀਆਂ ਹਨ, ਭਾਵ ਕਿ ਨੈਗੇਟਿਵ ਵੀ ਹੋ ਸਕਦੀਆਂ ਹਨ ਅਤੇ ਪੋਜ਼ੀਟਿਵ ਵੀ ਹੋ ਸਕਦੀਆਂ ਹਨ। ਇਹ ਇੱਕ ਸੰਤੁਲਿਤ ਮਾਤਰਾ ਵਿੱਚ ਸਾਡੀ ਜ਼ਿੰਦਗੀ ਦਾ ਜ਼ਰੂਰੀ ਭਾਗ ਵੀ ਹਨ, ਪਰ ਭਾਵਨਾਵਾਂ ਦਾ ਕੰਟਰੋਲ ਤੋਂ ਬਾਹਰ ਹੋ ਜਾਣਾ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਜਿਵੇਂ ਲੋੜ ਤੋਂ ਵੱਧ ਗੁੱਸਾ ਨਾ ਕੇਵਲ ਸਾਡਾ ਬਲੱਡ ਪ੍ਰੈਸ਼ਰ ਹੀ ਵਧਾਉਂਦਾ ਹੈ, ਸਗੋਂ ਸਾਡੇ ਰਿਸ਼ਤਿਆਂ ਵਿੱਚ ਵੀ ਤਣਾਅ ਪੈਦਾ ਕਰ ਦਿੰਦਾ ਹੈ। ਇਸੇ ਤਰ੍ਹਾਂ ਖੁਸ਼ ਹੋਣਾ ਤੇ ਮੁਸਕਰਾਉਣਾ ਸਿਹਤ ਲਈ ਚੰਗਾ ਹੁੰਦਾ ਹੈ, ਪਰ ਲੋੜ ਤੋਂ ਵੱਧ ਹੱਸਣਾ ਪਾਗਲਪਨ ਬਣ ਜਾਂਦਾ ਹੈ। ਆਪਣੀ ਭਾਵਨਾਵਾਂ ਵਿੱਚ ਸੰਤੁਲਨ ਰੱਖਣ ਲਈ ਆਪਣੇ ਅਧਿਆਪਕ ਤੇ ਮਾਤਾ-ਪਿਤਾ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਤਾਂ ਦੋਸਤੋ, ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਮੋਸ਼ਨਸ ਇੱਕ ਲਿਮਿਟ ਵਿੱਚ ਹੋਣੇ ਚਾਹੀਦੇ ਹਨ। ਜਦੋਂ ਇਮੋਸ਼ਨਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਜਾਂ ਘਟ ਜਾਂਦੇ ਹਨ ਤਾਂ ਇਹ ਸਾਡੇ ਲਈ ਇੱਕ ਬਿਮਾਰੀ ਬਣ ਜਾਂਦੇ ਹਨ। ਭਾਗ 2 ਭਾਵਨਾਵਾਂ ਦਾ ਸਹੀ ਪ੍ਰਗਟਾਵਾ ਭਾਵ ਕਿ ਅਸੀਂ ਆਪਣੇ ਅੰਦਰਲੇ ਖੁਸ਼ੀ ਤੇ ਦੁੱਖ ਦੇ ਭਾਵਾਂ ਨੂੰ ਕਦੋਂ, ਕਿਉਂ ਅਤੇ ਕਿਵੇਂ ਪ੍ਰਗਟ ਕਰਨਾ ਹੈ। ਭਾਵ ਕਿ ਦੁੱਖ ਦੇ ਮੌਕਿਆਂ 'ਤੇ ਹਮਦਰਦੀ ਤੇ ਪਿਆਰ ਪ੍ਰਗਟ ਕਰਨਾ ਹੈ ਅਤੇ ਖੁਸ਼ੀ ਦੇ ਮੌਕੇ 'ਤੇ ਹਾਸਾ, ਉਤਸ਼ਾਹ ਅਤੇ ਮਾਣ ਵਾਲੀ ਗੱਲਾਂ ਕਰਨੀਆਂ ਹਨ। ਤਾਂ ਦੋਸਤੋ, ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਆਪਣੇ ਇਮੋਸ਼ਨਸ ਨੂੰ ਕਿਸ ਸਮੇਂ ਤੇ ਕਿਸ ਢੰਗ ਨਾਲ ਬਾਹਰ ਕੱਢਣਾ ਹੈ। ਭਾਵ ਕਿ ਖੁਸ਼ੀ ਦੇ ਮੌਕੇ ਉੱਤੇ ਜਾ ਕੇ ਜੇਕਰ ਅਸੀਂ ਦੁੱਖ ਵਾਲੀਆਂ ਗੱਲਾਂ ਕਰੀਏ ਤਾਂ ਉਸ ਨੂੰ ਠੀਕ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਜੇਕਰ ਅਸੀਂ ਦੁੱਖ ਦੇ ਸਮੇਂ ਵਿੱਚ ਜਾ ਕੇ ਖੁਸ਼ੀ ਵਾਲੀਆਂ ਗੱਲਾਂ ਕਰੀਏ ਤਾਂ ਇਸ ਨੂੰ ਵੀ ਠੀਕ ਨਹੀਂ ਮੰਨਿਆ ਜਾਂਦਾ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਭਾਵਨਾਵਾਂ ਦਾ ਸਹੀ ਪ੍ਰਗਟਾਵਾ ਸਮਝ ਲਿਆ ਹੋਵੇਗਾ। ਭਾਗ 3 ਹਾਣੀਆਂ ਨਾਲ ਵਿਚਰਨ ਦੀ ਕਲਾ। ਹਾਣੀਆਂ ਤੋਂ ਭਾਵ ਮਿੱਤਰ ਜਾਂ ਦੋਸਤ ਜਾਂ ਫਰੈਂਡ, ਭਾਵ ਕਿ ਆਪਣੇ ਦੋਸਤਾਂ ਨਾਲ ਮਿਲਦੇ ਸਮੇਂ ਸਾਨੂੰ ਕੀ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ। ਜੇਕਰ ਸਾਡਾ ਦੋਸਤ ਗੁੱਸੇ ਵਿੱਚ ਹੈ ਤਾਂ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਤਾਂ ਜੋ ਮਾਮਲਾ ਗਰਮ ਹੋਣ ਦੀ ਥਾਂ ਠੰਡਾ ਹੋ ਜਾਵੇ। ਭਾਵ ਕਿ ਜੇਕਰ ਅਸੀਂ ਦੋਵੇਂ ਹੀ ਗਰਮ ਹੋ ਜਾਵਾਂਗੇ ਤਾਂ ਸਾਡੇ ਵਿੱਚ ਤਣਾਅ ਵੱਧਦਾ ਜਾਵੇਗਾ। ਤਾਂ ਚੰਗਾ ਇਹ ਹੋਵੇਗਾ ਕਿ ਅਸੀਂ ਆਪਣੇ ਦੋਸਤ ਦੇ ਇਮੋਸ਼ਨ ਨੂੰ ਸਮਝੀਏ ਅਤੇ ਆਪਣੇ ਆਪ ਨੂੰ ਸ਼ਾਂਤ ਕਰ ਲਈਏ। ਇਸ ਤਰ੍ਹਾਂ ਜਦੋਂ ਸਾਡਾ ਦੋਸਤ ਸਾਡੀ ਮਦਦ ਕਰੇ ਤਾਂ ਸਾਨੂੰ ਸਮੇਂ ਅਨੁਸਾਰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਤਾਂ ਕਿ ਉਸ ਦੇ ਮਨ ਨੂੰ ਵੀ ਖੁਸ਼ੀ ਮਿਲੇ ਕਿ ਉਸਨੇ ਕੋਈ ਚੰਗਾ ਕੰਮ ਕੀਤਾ ਹੈ ਅਤੇ ਅੱਗੇ ਤੋਂ ਉਹ ਵੱਧ ਤੋਂ ਵੱਧ ਨਾ ਕੇਵਲ ਸਾਡੀ ਸਗੋਂ ਦੂਜਿਆਂ ਦੀ ਵੀ ਮਦਦ ਕਰਨੀ ਸ਼ੁਰੂ ਕਰ ਦੇਵੇ। ਭਾਗ 4 ਡਾਇਰੀ ਲਿਖਣਾ ਭਾਵ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਚੰਗੇ ਮਾੜੇ ਅਨੁਭਵਾਂ ਨੂੰ ਇੱਕ ਅਲੱਗ ਕਾਪੀ ਵਿੱਚ ਨੋਟ ਕਰਨਾ ਤਾਂ ਜੋ ਲੋੜ ਮੁਤਾਬਕ ਸਮਾਂ ਬੀਤਣ 'ਤੇ ਆਪਣੀ ਖੱਟੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਕੇ ਮਨ ਪਰਚਾਵਾ ਕਰ ਸਕੀਏ ਅਤੇ ਖੁਸ਼ੀ ਦਾ ਆਨੰਦ ਮਾਣ ਸਕੀਏ। ਤਾਂ ਦੋਸਤੋ, ਡਾਇਰੀ ਲਿਖਣਾ ਇੱਕ ਬਹੁਤ ਚੰਗੀ ਆਦਤ ਹੈ। ਇਹ ਹਰ ਵਿਦਿਆਰਥੀ ਨੂੰ, ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਰੱਖਣੀ ਚਾਹੀਦੀ ਹੈ। ਡਾਇਰੀ ਲਿਖਣ ਨਾਲ ਅਸੀਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਭੁੱਲਦੇ ਨਹੀਂ ਤੇ ਆਪਣੇ ਚੰਗੇ ਮਾੜੇ ਪਲਾਂ ਨੂੰ ਯਾਦ ਕਰਕੇ ਆਪਣੇ ਮਨ ਵਿੱਚ ਉਤਸ਼ਾਹ ਭਰ ਲੈਂਦੇ ਹਾਂ। ਤਾਂ ਸਾਨੂੰ ਸਾਰਿਆਂ ਨੂੰ ਡਾਇਰੀ ਲਿਖਣ ਦੀ ਆਦਤ ਬਣਾਉਣੀ ਚਾਹੀਦੀ ਹੈ। ਮੇਰੇ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦੀਆਂ ਕਿਰਿਆਵਾਂ, ਪ੍ਰਸ਼ਨ ਉੱਤਰ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਸਮਝਾਵਾਂਗਾ। ਤਾਂ ਦੋਸਤੋ,
ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹੋਰ ਪਾਠਾਂ ਦੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਭਾਵਨਾਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਇੱਕ ਸਕਾਰਾਤਮਕ ਭਾਵਨਾਵਾਂ ਅਤੇ ਦੂਜੀਆਂ ਨਕਾਰਾਤਮਕ ਭਾਵਨਾਵਾਂ। ਇਹਨਾਂ ਨੂੰ ਪੇਸ਼ ਕਰਨ ਦੇ ਭਾਵ ਇਹਨਾਂ ਨੂੰ ਪ੍ਰਗਟ ਕਰਨ ਦੇ ਅਲੱਗ-ਅਲੱਗ ਢੰਗ ਹੋ ਸਕਦੇ ਹਨ, ਜਿਵੇਂ ਕਿ ਸਕਾਰਾਤਮਕ ਖੁਸ਼ੀ ਨਾਲ ਪ੍ਰਗਟ ਕੀਤੀ ਜਾ ਸਕਦੀ ਹੈ, ਮਾਣ ਮਹਿਸੂਸ ਕਰਕੇ ਪ੍ਰਗਟ ਕੀਤੀ ਜਾ ਸਕਦੀ ਹੈ, ਬਹੁਤ ਜ਼ਿਆਦਾ ਭਰੋਸਾ ਜਾਂ ਵਿਸ਼ਵਾਸ ਦਿਖਾ ਕੇ ਪੇਸ਼ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹਮਦਰਦੀ ਅਤੇ ਪਿਆਰ ਨਾਲ ਵੀ ਪੇਸ਼ ਕੀਤੀ ਜਾ ਸਕਦੀ ਹੈ, ਜਾਂ ਕਿਸੇ ਤੋਂ ਆਸ ਰੱਖ ਕੇ ਵੀ ਇਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਨਕਾਰਾਤਮਕ ਭਾਵਨਾਵਾਂ ਨੂੰ ਉਦਾਸੀ ਦੇ ਭਾਵਾਂ ਨਾਲ, ਪਛਤਾਵੇ ਦੇ ਭਾਵਾਂ ਨਾਲ, ਈਰਖਾ ਜਾਂ ਸਾੜਾ ਰੱਖ ਕੇ, ਬੇਚੈਨੀ ਜਾਂ ਡਰ ਦਿਖਾ ਕੇ, ਨਿਰਾਸ਼ਾ ਦਿਖਾ ਕੇ, ਗੁੱਸਾ ਜਾਂ ਨਾਰਾਜ਼ਗੀ ਦਿਖਾ ਕੇ ਪੇਸ਼ ਕੀਤਾ ਜਾ ਸਕਦਾ ਹੈ। ਤਾਂ ਦੋਸਤੋ, ਹੁਣ ਤੁਸੀਂ ਇਮੋਸ਼ਨਸ ਨੂੰ ਪੇਸ਼ ਕਰਨ ਦਾ ਢੰਗ ਸਿੱਖ ਲਿਆ ਹੈ। ਹੁਣ ਮੈਂ ਤੁਹਾਨੂੰ ਇਸ ਦੇ ਬਾਰੇ ਐਕਟੀਵਿਟੀ ਸਮਝਾਵਾਂਗਾ। ਪਿਆਰੇ ਵਿਦਿਆਰਥੀਓ, ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਟੀਮਾਂ ਵਿੱਚ ਵੰਡ ਲਓ। ਟਾਂਕ ਸੰਖਿਆਵਾਂ ਵਾਲੇ ਰੋਲ ਨੰਬਰ ਪਹਿਲੀ ਟੀਮ ਵਿੱਚ ਅਤੇ ਜਿਸਤ ਸੰਖਿਆਵਾਂ ਵਾਲੇ ਰੋਲ ਨੰਬਰ ਦੂਸਰੀ ਟੀਮ ਵਿੱਚ ਹੋਣਗੇ। ਹਰੇਕ ਟੀਮ ਦੇ ਮੈਂਬਰ ਹੇਠ ਲਿਖੇ ਕਥਨਾਂ ਉੱਪਰ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਰੋਲ ਪਲੇ ਕਰਨਗੇ, ਭਾਵ ਕਿ ਰੋਲ ਅਦਾ ਕਰਨਗੇ ਅਤੇ ਉੱਤਰ ਦੇਣਗੇ। ਟਾਂਕ ਸੰਖਿਆਵਾਂ ਵਾਲੇ ਰੋਲ ਨੰਬਰ ਆਪਣੀ ਖੁਸ਼ੀ ਦੀ ਭਾਵਨਾਵਾਂ ਦਾ ਪ੍ਰਗਟਾਵਾ, ਸ਼ੁਕਰੀਆ ਜਾਂ ਧੰਨਵਾਦ ਕਰਨ ਦੀ ਭਾਵਨਾਵਾਂ ਦਾ ਪ੍ਰਗਟਾਵਾ, ਆਪਣੇ ਡਰ ਦੀ ਭਾਵਨਾਵਾਂ ਦਾ ਪ੍ਰਗਟਾਵਾ। ਦੂਜੇ ਪਾਸੇ ਜਿਸਤ ਸੰਖਿਆਵਾਂ ਆਪਣੇ ਗੁੱਸੇ ਦੀ ਭਾਵਨਾਵਾਂ ਦਾ ਪ੍ਰਗਟਾਵਾ, ਆਪਣੀ ਮਾफ़ੀ ਮੰਗਣ ਦੀ ਭਾਵਨਾਵਾਂ ਦਾ ਪ੍ਰਗਟਾਵਾ, ਆਪਣੀ ਹਮਦਰਦੀ ਦੀ ਭਾਵਨਾਵਾਂ ਦਾ ਪ੍ਰਗਟਾਵਾ। ਭਾਵ ਕਿ ਇੱਥੇ ਉਹਨਾਂ ਨੇ ਆਪਣੇ ਚਿਹਰੇ ਦੇ ਹਾਵ ਭਾਵ ਅਤੇ ਐਕਟਿੰਗ ਦੇ ਨਾਲ ਇਹ ਸਾਰੇ ਭਾਵ ਦਿਖਾਉਣੇ ਹਨ, ਜਿਵੇਂ ਇੱਕ ਪਿਕਚਰ ਦੇ ਵਿੱਚ ਜਾਂ ਇੱਕ ਫਿਲਮ ਦੇ ਵਿੱਚ ਕਲਾਕਾਰ ਆਪਣੀ ਭਾਵਨਾਵਾਂ ਦਿਖਾਉਂਦੇ ਹਨ। ਆਪਣੀ ਜਮਾਤ ਵਿੱਚ ਵਿਚਾਰ ਕਰੋ ਅਤੇ ਲਿਖੋ ਕਿ ਉਪਰੋਕਤ ਤੋਂ ਇਲਾਵਾ ਆਪਣੀਆਂ ਭਾਵਨਾਵਾਂ ਦੇ ਸਕਾਰਾਤਮਕ ਪ੍ਰਗਟਾਵੇ ਲਈ ਹੋਰ ਕਿਹੜੇ-ਕਿਹੜੇ ਢੰਗ ਅਪਣਾਉਣ ਦੇ ਯਤਨ ਕਰ ਸਕਦੇ ਹੋ। ਤਾਂ ਦੋਸਤੋ, ਅਨੇਕਾਂ ਹੀ ਢੰਗ ਹਨ ਜਿਸ ਰਾਹੀਂ ਅਸੀਂ ਆਪਣੀ ਪੋਜ਼ੀਟਿਵ ਇਮੋਸ਼ਨਸ ਨੂੰ ਬਾਹਰ ਕੱਢ ਸਕਦੇ ਹਾਂ, ਜਿਵੇਂ ਨੰਬਰ 1 ਪਿਆਰ ਅਤੇ ਹਮਦਰਦੀ ਨਾਲ, ਨੰਬਰ 2 ਭਰੋਸਾ ਰੱਖ ਕੇ ਅਤੇ ਵਿਸ਼ਵਾਸ ਦਿਖਾ ਕੇ, ਨੰਬਰ 3 ਚੰਗੇ ਕੰਮਾਂ ਉੱਤੇ ਮਾਣ ਮਹਿਸੂਸ ਕਰਕੇ। ਤਾਂ ਦੋਸਤੋ, ਇਸ ਤੋਂ ਵੀ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਜਿਸ ਰਾਹੀਂ ਅਸੀਂ ਆਪਣੇ ਪੋਜ਼ੀਟਿਵ ਇਮੋਸ਼ਨਸ ਨੂੰ ਬਾਹਰ ਕੱਢ ਸਕਦੇ ਹਾਂ। ਅਗਲੀ ਐਕਟੀਵਿਟੀ, ਮੇਰੀ ਭਾਵਨਾਵਾਂ ਦੀ ਸੂਝ। ਹੇਠ ਦਿੱਤੇ ਖਾਕੇ ਵਿੱਚ ਕੁਝ ਭਾਵਨਾਵਾਂ ਦਿੱਤੀਆਂ ਗਈਆਂ ਹਨ। ਇਸ ਸਾਰਣੀ ਨੂੰ ਪੂਰਾ ਕਰਕੇ ਤੁਸੀਂ ਆਪਣੀਆਂ ਭਾਵਨਾਵਾਂ 'ਤੇ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਲਗਾ ਸਕਦੇ ਹੋ। ਮੇਰਾ ਨਾਮ, ਭਾਵ ਵਿਦਿਆਰਥੀ ਨੇ ਇੱਥੇ ਆਪਣਾ ਨਾਮ ਲਿਖ ਲੈਣਾ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ, ਤਾਂ ਇੱਥੇ ਕੋਈ ਵੀ ਭਾਵਨਾ ਲਿਖ ਸਕਦੇ ਹੋ ਵੀ ਤੁਹਾਨੂੰ ਕਦੋਂ ਖੁਸ਼ੀ ਮਿਲਦੀ ਹੈ। ਜਿਵੇਂ ਮੈਂ ਇੱਥੇ ਲਿਖਿਆ ਜੀ, ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੂਜਿਆਂ ਦੀ ਮਦਦ ਕਰਾਂ। ਮੈਨੂੰ ਉਦੋਂ ਹੋਰ ਵੀ ਖੁਸ਼ੀ ਮਿਲਦੀ ਹੈ ਜਦੋਂ ਕੋਈ ਮੇਰੀ ਮਦਦ ਕਰਦਾ ਹੈ, ਭਾਵ ਕਿ ਮੈਨੂੰ ਦੂਜੇ ਦੀ ਮਦਦ ਕਰਨ ਅਤੇ ਦੂਜਿਆਂ ਦੀ ਮਦਦ ਲੈਣ ਵਿੱਚ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਇੱਥੇ ਤੁਸੀਂ ਆਪਣੀ ਐਕਟੀਵਿਟੀ ਭਰਨੀ ਹੈ, ਭਾਵ ਕਿ ਆਪਣਾ ਇਮੋਸ਼ਨ ਭਰਨਾ ਹੈ। ਮੈਨੂੰ ਦੁੱਖ ਹੁੰਦਾ ਹੈ ਜਦੋਂ ਮੇਰੇ ਮਿੱਤਰ ਮੈਨੂੰ ਝੂਠ ਬੋਲ ਕੇ ਧੋਖਾ ਦਿੰਦੇ ਹਨ। ਉਦੋਂ ਹੋਰ ਵੀ ਦੁੱਖ ਹੁੰਦਾ ਹੈ ਜਦੋਂ ਕੁਝ ਸ਼ਰਾਰਤੀ ਬੱਚੇ ਪੜ੍ਹਨ ਦੀ ਬਜਾਏ ਫਾਲਤੂ ਸਮਾਂ ਬਰਬਾਦ ਕਰਦੇ ਹਨ। ਮੈਨੂੰ ਡਰ ਲੱਗਦਾ ਹੈ ਜਦੋਂ ਬਹੁਤ ਤੇਜ਼ ਬਾਰਿਸ਼ ਹੁੰਦੀ ਹੈ ਅਤੇ ਕਿਤਾਬਾਂ ਅਤੇ ਕਾਪੀਆਂ ਨਾਲ ਭਰਿਆ ਬਸਤਾ ਮੇਰੀ ਪਿੱਠ 'ਤੇ ਹੁੰਦਾ ਹੈ। ਤਾਂ ਦੋਸਤੋ, ਇੱਥੋਂ ਮੈਨੂੰ ਕਾਪੀਆਂ ਕਿਤਾਬਾਂ ਦੇ ਗਿੱਲੇ ਹੋ ਜਾਣ ਦਾ ਡਰ ਲੱਗਦਾ ਹੈ। ਤਾਂ ਦੋਸਤੋ, ਇਹਨਾਂ ਸਾਰਿਆਂ ਵਿੱਚ ਤੁਸੀਂ ਆਪਣੇ ਮੁਤਾਬਕ ਕੋਈ ਵੀ ਗੱਲ ਭਰ ਸਕਦੇ ਹੋ। ਜ਼ਰੂਰੀ ਨਹੀਂ ਕਿ ਜੋ ਮੈਂ ਲਿਖਿਆ ਤੁਸੀਂ ਉਹੀ ਭਰਨਾ ਹੈ। ਇਹ ਮੈਂ ਆਪਣੀ ਸਮਝ ਨਾਲ ਤੁਹਾਨੂੰ ਸਮਝਾਉਣ ਲਈ ਭਰਿਆ ਹੈ। ਨੈਕਸਟ, ਮੈਨੂੰ ਨਫ਼ਰਤ ਹੁੰਦੀ ਹੈ ਜਦੋਂ ਕੁਝ ਵਿਦਿਆਰਥੀ ਆਪਣੇ ਮਾਤਾ ਪਿਤਾ ਨੂੰ ਝੂਠ ਬੋਲ ਕੇ ਫੀਸ ਦੇ ਨਾਂ 'ਤੇ ਜ਼ਿਆਦਾ ਪੈਸੇ ਮੰਗਦੇ ਹਨ। ਤਾਂ ਦੋਸਤੋ, ਤੁਹਾਨੂੰ ਪਤਾ ਹੀ ਹੈ ਕਈ ਬੱਚੇ ਝੂਠ ਬੋਲ ਕੇ ਆਪਣੇ ਮਾਤਾ ਪਿਤਾ ਤੋਂ ਵੱਧ ਪੈਸੇ ਮੰਗਦੇ ਹਨ ਅਤੇ ਉਹਨਾਂ ਨੂੰ ਫਜ਼ੂਲ ਖਰਚੀ ਵਿੱਚ ਸ਼ਾਮਲ ਕਰ ਲੈਂਦੇ ਹਨ, ਜੋ ਕਿ ਗਲਤ ਹੈ। ਮੈਨੂੰ ਮਾਣ ਹੁੰਦਾ ਹੈ ਜਦੋਂ ਮੈਂ ਅਤੇ ਮੇਰੇ ਦੋਸਤ ਚੰਗੇ ਨੰਬਰਾਂ ਨਾਲ ਪਾਸ ਹੋ ਜਾਂਦੇ ਹਾਂ, ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਮੈਨੂੰ ਨਿਰਾਸ਼ਾ ਹੁੰਦੀ ਹੈ ਜਦੋਂ ਕਈ ਵਾਰ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਟੈਸਟ ਵਿੱਚ ਘੱਟ ਨੰਬਰ ਆਉਂਦੇ ਹਨ, ਤਾਂ ਮੈਨੂੰ ਨਿਰਾਸ਼ਾ ਹੁੰਦੀ ਹੈ। ਅਗਲੀ ਐਕਟੀਵਿਟੀ, ਸਕਾਰਾਤਮਕ ਭਾਵਨਾਵਾਂ ਵਿੱਚੋਂ। ਇੱਥੇ ਇੱਕ ਸਾਰਣੀ ਦਿੱਤੀ ਗਈ ਹੈ ਜਿਸ ਦੇ ਉੱਪਰ ਹੈਡਿੰਗ ਹੈ ਭਾਵਨਾ। ਦੂਜਾ, ਮੈਂ ਆਪਣੀ ਭਾਵਨਾ ਕਿਵੇਂ ਪ੍ਰਗਟ ਕਰਦਾ ਹਾਂ ਜਾਂ ਕਰਦੀ ਹਾਂ। ਤੀਜਾ, ਆਪਣੀ ਭਾਵਨਾ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਸਮੇਂ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਦੋਸਤੋ, ਇੱਥੇ ਤੁਸੀਂ ਆਪਣੀ ਸਮਝ ਦੇ ਅਨੁਸਾਰ ਭਰਨਾ ਹੈ। ਜਿਵੇਂ ਪਹਿਲੇ ਆਇਆ ਖੁਸ਼ੀ। ਹੁਣ ਖੁਸ਼ੀ ਨੂੰ ਕਿਵੇਂ ਪ੍ਰਗਟ ਕੀਤਾ ਜਾ ਸਕਦਾ ਹੈ? ਹੱਸਦੇ ਹੋਏ। ਫਿਰ ਅੱਗੇ ਇਸ ਦੇ ਲਈ ਕੁਝ ਨਿਯਮ ਦੱਸੇ ਗਏ ਹਨ। ਨੰਬਰ 1, ਹੋਰ ਚੰਗੇ ਕੰਮ ਕਰੀਏ, ਆਪਣੀ ਖੁਸ਼ੀ ਦੂਜਿਆਂ ਨਾਲ ਸਾਂਝੀ ਕਰੀਏ, ਦੂਜਿਆਂ ਦੀ ਬਿਹਤਰੀ ਲਈ ਕੰਮ ਕਰੀਏ, ਭਾਵ ਕਿ ਇਹਨਾਂ ਗੱਲਾਂ ਨੂੰ ਕਰਦੇ ਹੋਏ ਸਾਨੂੰ ਖੁਸ਼ੀ ਮਹਿਸੂਸ ਹੋਵੇਗੀ। ਫਿਰ ਆ ਗਿਆ ਜੀ ਮਾਣ, ਉਤਸ਼ਾਹ ਅਤੇ ਨਿਮਰਤਾ ਨਾਲ।
ਦੇਖੋ ਜੀ, ਉਤਸ਼ਾਹ ਜਿਹੜਾ ਮਾਣ ਹੁੰਦਾ ਹੈ ਜੀ, ਉਸ ਨੂੰ ਅਸੀਂ ਉਤਸ਼ਾਹ ਅਤੇ ਨਿਮਰਤਾ ਨਾਲ ਪੇਸ਼ ਕਰਦੇ ਹਾਂ। ਇਸ ਦੇ ਲਈ ਨਿਯਮ ਕੀ ਹਨ ਜੀ? ਨਿਮਰਤਾ ਹਲੀਮੀ ਵਿੱਚ ਰਹੀਏ, ਹੰਕਾਰ ਨਾ ਕਰੀਏ, ਚੰਗਿਆਈ ਦੇ ਰਸਤੇ ਉੱਪਰ ਚੱਲਦੇ ਰਹੀਏ। ਭਾਵ ਕਿ ਇਹ ਉਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਨਾਲ ਸਾਨੂੰ ਮਾਣ ਮਹਿਸੂਸ ਹੋਵੇਗਾ। ਨੈਕਸਟ, ਭਰੋਸਾ ਅਤੇ ਵਿਸ਼ਵਾਸ। ਸਾਹਮਣੇ ਵਾਲੇ ਬੰਦੇ ਦੀ ਗੱਲ ਨੂੰ ਮੰਨ ਕੇ। ਤਾਂ ਦੋਸਤੋ, ਜਦੋਂ ਅਸੀਂ ਸਾਹਮਣੇ ਵਾਲੇ ਦੀ ਗੱਲ ਨੂੰ ਮੰਨ ਲੈਂਦੇ ਹਾਂ ਤਾਂ ਉਸ ਨੂੰ ਸਾਡੇ 'ਤੇ ਭਰੋਸਾ ਹੋ ਜਾਂਦਾ ਹੈ ਅਤੇ ਸਾਨੂੰ ਉਸ 'ਤੇ ਭਰੋਸਾ ਹੋ ਜਾਂਦਾ ਹੈ। ਇਸ ਦੇ ਲਈ ਕਿਸੇ ਭਰੋਸੇਯੋਗ ਨਾਲ ਸਾਂਝਾ ਕਰੀਏ, ਕਿਸੇ ਦਾ ਭਰੋਸਾ ਨਾ ਗਵਾਈਏ, ਕਿਸੇ ਤੋਂ ਸੁਣੀ ਹੋਈ ਕੋਈ ਗੱਲ ਕਿਸੇ ਹੋਰ ਨਾਲ ਸਾਂਝੀ ਨਾ ਕਰੀਏ। ਤਾਂ ਇਹ ਉਹ ਸਾਧਨ ਹਨ ਜਿਨ੍ਹਾਂ ਰਾਹੀਂ ਅਸੀਂ ਭਰੋਸਾ ਜਿੱਤ ਸਕਦੇ ਹਾਂ। ਤਾਂ ਦੋਸਤੋ, ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਪਾਸੇ ਭਾਵਨਾ ਦੱਸੀ ਗਈ ਹੈ, ਦੂਜੇ ਨੰਬਰ 'ਤੇ ਇਹ ਦੱਸਿਆ ਗਿਆ ਕਿ ਤੁਸੀਂ ਇਸ ਭਾਵਨਾ ਨੂੰ ਕਿਵੇਂ ਪ੍ਰਗਟ ਕਰਦੇ ਹੋ, ਅਤੇ ਤੀਜੇ ਨੰਬਰ 'ਤੇ ਉਸ ਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਹਿਲੇ ਨੰਬਰ ਵਾਲੇ ਇਮੋਸ਼ਨ ਨੂੰ ਪ੍ਰਾਪਤ ਕਰ ਸਕਦੇ ਹੋ। ਫਿਰ ਅੱਗੇ ਹੈ ਜੀ ਆਸ ਅਤੇ ਆਸ਼ਾਵਾਦ। ਸੱਚੀ ਅਤੇ ਸੁੱਚੀ ਨੀਅਤ ਵਾਲੀ ਸੋਚ ਰੱਖ ਕੇ। ਤਾਂ ਇਸ ਨਾਲ ਸਾਨੂੰ ਅਗਾਂਹ ਵਧੂ ਸਕਾਰਾਤਮਕ ਸੋਚ ਰੱਖੀਏ, ਹਰੇਕ ਹਾਲਾਤ ਵਿੱਚ ਕੁਝ ਚੰਗਾ ਉਸਾਰੂ ਸੋਚੀਏ। ਤਾਂ ਮੈਨੂੰ ਉਮੀਦ ਹੈ ਤੁਸੀਂ ਸਮਝ ਰਹੇ ਹੋਵੋਗੇ। ਪਿਆਰ, ਹਮਦਰਦੀ, ਸ਼ੁਕਰਗੁਜ਼ਾਰੀ। ਅੱਖਾਂ ਵਿੱਚ ਅਹਿਸਾਨ ਦੀ ਚਮਕ ਲਿਆ ਕੇ, ਭਾਵ ਜਦੋਂ ਅਸੀਂ ਆਪਣੀ ਅੱਖਾਂ ਨਾਲ ਦੂਜੇ ਨੂੰ ਇਹ ਅਹਿਸਾਸ ਕਰਾ ਦਈਏ ਕਿ ਉਸਨੇ ਸਾਡੇ ਨਾਲ ਬੜੀ ਹਮਦਰਦੀ ਜਤਾਈ ਹੈ। ਅਜਿਹਾ ਕੋਈ ਕੰਮ ਨਾ ਕਰੀਏ ਜਿਸ ਨਾਲ ਕਿਸੇ ਨੂੰ ਵੀ ਠੇਸ ਪਹੁੰਚਦੀ ਹੋਵੇ। ਦੂਜਿਆਂ ਦੀ ਬਿਹਤਰੀ ਬਾਰੇ ਸੋਚ ਕੇ ਆਪਣੀ ਸਮਰੱਥਾ ਅਨੁਸਾਰ ਕਦਮ ਚੁੱਕੀਏ ਅਤੇ ਧੰਨਵਾਦ ਜ਼ਰੂਰ ਕਰੀਏ, ਭਾਵ ਕਿ ਕਿਸੇ ਦਾ ਸ਼ੁਕਰੀਆ ਅਦਾ ਜ਼ਰੂਰ ਕਰੀਏ। ਹੁਣ ਅਸੀਂ ਨੈਗੇਟਿਵ ਇਮੋਸ਼ਨਸ ਦੀ ਗੱਲ ਕਰਾਂਗੇ। ਭਾਵਨਾ ਉਦਾਸੀ। ਉਦਾਸੀ ਕਿਵੇਂ ਦਿਖਾਈ ਜਾ ਸਕਦੀ ਹੈ ਜੀ? ਚਿਹਰੇ 'ਤੇ ਗੰਭੀਰਤਾ ਲਿਆ ਕੇ। ਕੁਝ ਚੰਗੇ ਆਪਣਾ ਮਨਪਸੰਦ ਕੰਮ ਕਰੋ ਜੋ ਖੁਸ਼ੀ ਦੇਵੇ। ਆਪਣੀ ਉਦਾਸੀ ਦਾ ਕਾਰਨ ਲੱਭਣ ਦਾ ਯਤਨ ਕਰੋ। ਹੋਰ ਵੀ ਅਨੇਕਾਂ ਗੱਲਾਂ। ਭਾਵ ਕਿ ਆਪਣੀ ਭਾਵਨਾ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਸਮੇਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਦੋਸਤੋ, ਇਹ ਬਾਕੀਆਂ ਗੱਲਾਂ ਤੁਸੀਂ ਖੁਦ ਪੜ੍ਹ ਲਵੋਗੇ। ਨੈਕਸਟ, ਬੇਚੈਨੀ, ਘਬਰਾਹਟ ਅਤੇ ਡਰ। ਚਿਹਰੇ 'ਤੇ ਪਸੀਨਾ ਲਿਆ ਕੇ। ਭਾਵ ਜਦੋਂ ਸਾਡੇ ਅੰਦਰ ਬੇਚੈਨੀ ਹੋਵੇ, ਘਬਰਾਹਟ ਹੋਵੇ ਜਾਂ ਡਰ ਹੋਵੇ ਤਾਂ ਸਾਡੇ ਚਿਹਰੇ ਅਤੇ ਸਰੀਰ ਉੱਤੇ ਪਸੀਨਾ ਆਉਣ ਲੱਗਦਾ ਹੈ। ਨੈਕਸਟ, ਨਿਰਾਸ਼ਾ। ਰੋਣ ਹੱਕਾ ਮੂੰਹ ਬਣਾ ਕੇ। ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ ਤਾਂ ਇੱਦਾਂ ਲੱਗਦਾ ਹੈ ਕਿ ਅਸੀਂ ਹੁਣੇ ਰੋਣ ਲੱਗ ਜਾਵਾਂਗੇ। ਈਰਖਾ ਅਤੇ ਸਾੜਾ। ਘੂਰੀ ਵੱਟ ਕੇ ਵੇਖਦੇ ਹੋਏ। ਭਾਵ ਜਦੋਂ ਅਸੀਂ ਕਿਸੇ ਨੂੰ ਈਰਖਾ ਦਿਖਾਉਣੀ ਹੋਏ ਤਾਂ ਅਸੀਂ ਉਸ ਨੂੰ ਘੂਰਦੇ ਹੋਏ ਵੇਖਦੇ ਹਾਂ। ਸ਼ਰਮਿੰਦਗੀ ਅਤੇ ਪਛਤਾਵਾ। ਅੱਖਾਂ ਨੀਵੀਆਂ ਕਰਕੇ। ਜਦੋਂ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਜਾਂ ਪਛਤਾਵਾ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਆਪਣੇ ਆਪ ਨੀਵੀਆਂ ਹੋ ਜਾਂਦੀਆਂ ਹਨ ਅਤੇ ਅਸੀਂ ਸਾਹਮਣੇ ਵਾਲੇ ਨਾਲ ਨਿਗਾਹ ਨਹੀਂ ਮਿਲਾ ਸਕਦੇ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਨਕਾਰਾਤਮਕ ਭਾਵਨਾਵਾਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਗੁੱਸਾ ਅਤੇ ਨਾਰਾਜ਼ਗੀ। ਅੱਖਾਂ ਵੱਡੀਆਂ ਕਰਕੇ ਅਤੇ ਚਿਹਰੇ 'ਤੇ ਗੁੱਸੇ ਦੇ ਭਾਵ ਪ੍ਰਗਟ ਕਰਕੇ। ਅਸੀਂ ਆਪਣਾ ਗੁੱਸਾ ਜਾਂ ਨਾਰਾਜ਼ਗੀ ਆਪਣੀਆਂ ਅੱਖਾਂ ਵੱਡੀਆਂ ਕਰਕੇ ਜਾਂ ਘੂਰੀ ਵੱਟ ਕੇ ਜਾਂ ਆਪਣੇ ਚਿਹਰੇ ਦੇ ਉੱਪਰ ਗੁੱਸੇ ਵਾਲੀ ਲਾਲੀ ਲਿਆ ਕੇ ਪ੍ਰਗਟ ਕਰ ਸਕਦੇ ਹਾਂ। ਅਗਲੀ ਐਕਟੀਵਿਟੀ, ਹਾਣੀਆਂ ਨਾਲ ਵਿਚਰਨ ਦੀ ਕਲਾ ਵਿੱਚੋਂ। ਇਸ ਵਿੱਚ ਰਵੀ ਅਤੇ ਪ੍ਰਿੰਸ ਨਾਮ ਦੇ ਦੋ ਮੁੰਡਿਆਂ ਦੀ ਕਹਾਣੀ ਦੱਸੀ ਗਈ ਹੈ ਜੋ ਆਪਣੇ ਦੋਸਤਾਂ ਦੀ ਗਲਤ ਭਾਵਨਾ ਨੂੰ ਰੇਤੇ ਉੱਤੇ ਲਿਖ ਕੇ ਮਿਟਾ ਦਿੰਦੇ ਹਨ, ਪਰੰਤੂ ਚੰਗੀ ਭਾਵਨਾ ਨੂੰ ਪੱਥਰ ਉੱਤੇ ਲਿਖ ਦਿੰਦੇ ਹਨ ਜਿਸ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਫਿਰ ਸਾਡੇ ਤੋਂ ਇਹ ਪੁੱਛਿਆ ਗਿਆ ਹੈ ਕਿ ਇਸ ਕਹਾਣੀ ਵਿੱਚੋਂ ਕੀ ਸਿੱਖਿਆ ਮਿਲਦੀ ਹੈ। ਤਾਂ ਦੋਸਤੋ, ਸਾਨੂੰ ਸਿੱਖਿਆ ਮਿਲਦੀ ਹੈ ਸਾਨੂੰ ਆਪਣੇ ਦੋਸਤਾਂ ਦੀਆਂ ਗਲਤੀਆਂ ਨੂੰ ਭੁਲਾ ਕੇ ਉਹਨਾਂ ਦੀ ਚੰਗਿਆਈ ਨੂੰ ਯਾਦ ਰੱਖਣਾ ਚਾਹੀਦਾ ਹੈ। ਭਾਵ ਕਿ ਉਹਨਾਂ ਦੀਆਂ ਕੀਤੀਆਂ ਬੁਰਾਈਆਂ ਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਕੇਵਲ ਚੰਗਿਆਈ ਨੂੰ ਹੀ ਯਾਦ ਰੱਖਣਾ ਚਾਹੀਦਾ ਹੈ। ਤਾਂ ਦੋਸਤੋ, ਤੁਸੀਂ ਇਹ ਕਹਾਣੀ ਇੱਕ ਵਾਰ ਪੜ੍ਹ ਲੈਣੀ ਹੈ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗੀ। ਨੈਕਸਟ ਐਕਟੀਵਿਟੀ, ਸਹਿਪਾਠੀਆਂ ਨਾਲ ਵਿਚਰਨ ਦੀ ਕਲਾ। ਆਪਣੇ ਤਿੰਨ ਦੋਸਤਾਂ ਦੇ ਨਾਂ ਲਿਖੋ। ਤਾਂ ਦੋਸਤੋ, ਇੱਥੇ ਤੁਸੀਂ ਆਪਣੇ ਕਿਸੇ ਵੀ ਤਿੰਨ ਦੋਸਤਾਂ ਦੇ ਨਾਮ ਲਿਖ ਲੈਣੇ ਹਨ, ਜਿਵੇਂ ਕਿ ਮੈਂ ਇੱਥੇ ਰਾਮ, ਸ਼ਾਮ ਅਤੇ ਗੋਪੀ ਲਿਖਿਆ ਹੈ। ਨੈਕਸਟ, ਤੁਸੀਂ ਆਪਣੇ ਦੋਸਤਾਂ ਨਾਲ ਕਿੰਨਾ ਕੁ ਨਾਰਾਜ਼ ਹੁੰਦੇ ਹੋ। ਤਾਂ ਦੋਸਤੋ, ਤੁਸੀਂ ਆਪਣੀ ਸਮਝ ਨਾਲ ਭਰਨਾ ਹੈ। ਤਿੰਨ ਆਪਸ਼ਨਾਂ ਨੇ, ਕਦੇ ਨਹੀਂ, ਅਕਸਰ, ਕਦੇ ਕਦੇ। ਦੇਖੋ, ਕਦੇ ਨਹੀਂ ਤਾਂ ਬਿਲਕੁਲ ਹੀ ਗਲਤ ਹੈ। ਜਿੱਥੇ ਦੋ ਦੋਸਤ ਹੋਣਗੇ ਉੱਥੇ ਨਾਰਾਜ਼ਗੀਆਂ ਤਾਂ ਹੁੰਦੀਆਂ ਹੀ ਹਨ। ਅਕਸਰ ਵੀ ਗਲਤ ਹੋ ਜਾਵੇਗਾ। ਜੇ ਅਸੀਂ ਅਕਸਰ ਹੀ ਨਾਰਾਜ਼ ਰਹਾਂਗੇ ਤਾਂ ਉਹ ਸਾਡਾ ਦੋਸਤ ਹੋ ਹੀ ਨਹੀਂ ਸਕਦਾ। ਤਾਂ ਇੱਥੇ ਮੇਰੇ ਹਿਸਾਬ ਨਾਲ ਜਿਹੜੀ ਉਚਿਤ ਬਣਦੀ ਹੈ ਉਹ ਕਦੇ ਕਦੇ। ਕਦੇ ਅਸੀਂ ਨਾਰਾਜ਼ ਹੋ ਜਾਂਦੇ ਹਾਂ ਅਤੇ ਕਦੇ ਮੰਨ ਵੀ ਜਾਂਦੇ ਹਾਂ। ਨੈਕਸਟ, ਤੁਸੀਂ ਆਪਣੇ ਦੋਸਤਾਂ ਨਾਲ ਨਾਰਾਜ਼ਗੀ ਤੋਂ ਕਿੰਨੀ ਕੁ ਦੇਰ ਬਾਅਦ ਰਲ ਮਿਲ ਕੇ ਫੇਰ ਖੇਡਣ ਲੱਗ ਜਾਂਦੇ ਹੋ। ਤਾਂ ਦੋਸਤੋ, ਆਪਣੀ ਸਮਝ ਨਾਲ ਭਰਨਾ ਹੈ। ਜ਼ਾਹਿਰ ਹੈ ਕਿ ਜੇ ਸਾਡਾ ਦੋਸਤ ਹੈ ਤਾਂ ਅਸੀਂ ਥੋੜ੍ਹਾ ਸਮਾਂ ਜਾਂ ਇਹ ਕਹਿ ਸਕਦੇ ਹਾਂ ਮਿੰਟਾਂ ਲਈ ਹੀ ਜਾਂ ਕੁਝ ਸੈਕਿੰਡਾਂ ਲਈ ਹੀ ਨਾਰਾਜ਼ ਹੁੰਦੇ ਹਾਂ। ਨੈਕਸਟ, ਆਪਣੇ ਸਾਥੀਆਂ ਨੂੰ ਖੁਸ਼ ਕਰਨ ਲਈ ਤੁਸੀਂ ਕੀ ਕਰਦੇ ਹੋ। ਤਾਂ ਇੱਥੇ ਤੁਸੀਂ ਕੁਝ ਵੀ ਭਰ ਸਕਦੇ ਹੋ। ਉਹਨਾਂ ਦੇ ਮਨਪਸੰਦ ਦੀਆਂ ਗੱਲਾਂ ਕਰਦੇ ਹੋ, ਜਾਂ ਉਹਨਾਂ ਦੇ ਮਨਪਸੰਦ ਦੀ ਕੋਈ ਖਾਣ ਦੀ ਚੀਜ਼ ਲਿਆ ਕੇ ਦਿੰਦੇ ਹੋ, ਜਾਂ ਉਹਨਾਂ ਦੇ ਮਨਪਸੰਦ ਦੀ ਕੋਈ ਖੇਡ ਖੇਡਣ ਲੱਗ ਜਾਂਦੇ ਹੋ। ਇੰਨੇ ਵਿੱਚ ਹੀ ਸਾਡਾ ਦੋਸਤ ਮੰਨ ਜਾਂਦਾ ਹੈ। ਨੈਕਸਟ ਐਕਟੀਵਿਟੀ, ਮੰਨ ਲਓ ਤੁਹਾਡਾ ਇੱਕ ਸਾਥੀ
ਇੱਕ ਦਿਨ ਤੁਹਾਡੇ ਨਾਲ ਕੰਟੀਨ 'ਤੇ ਜਾਂਦਾ ਹੈ, ਤੁਸੀਂ ਚਾਹ ਅਤੇ ਸਮੋਸੇ ਦਾ ਆਰਡਰ ਦਿੰਦੇ ਹੋ, ਪਰ ਉਹ ਸਿਰਫ ਚਾਹ ਹੀ ਲੈਂਦਾ ਹੈ, ਸਮੋਸੇ ਦਾ ਭਾਅ ਪੁੱਛ ਕੇ ਹੀ ਛੱਡ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ? ਤਾਂ ਦੋਸਤੋ, ਇੱਥੇ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਡੇ ਦੋਸਤ ਕੋਲ ਪੈਸੇ ਦੀ ਕਮੀ ਹੈ, ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਸ ਲਈ ਸਮੋਸਾ ਖਰੀਦ ਲਵਾਂਗੇ ਜਾਂ ਆਪਣੇ ਸਮੋਸੇ ਵਿੱਚ ਅੱਧਾ ਉਸ ਨੂੰ ਦੇ ਦੇਵਾਂਗੇ। ਤਾਂ ਦੋਸਤੋ, ਇਸ ਤਰ੍ਹਾਂ ਅਸੀਂ ਆਪਣੇ ਦੋਸਤ ਦੀ ਇੱਛਾ ਵੀ ਪੂਰੀ ਕਰ ਦੇਵਾਂਗੇ ਅਤੇ ਆਪਣੇ ਦੋਸਤ ਹੋਣ ਦਾ ਫਰਜ਼ ਵੀ ਪੂਰਾ ਕਰ ਦੇਵਾਂਗੇ। ਨੈਕਸਟ, ਤੁਹਾਡੀ ਜਮਾਤ ਦਾ ਇੱਕ ਬੱਚਾ ਸਵੇਰੇ ਘਰੋਂ ਨਾ ਹੀ ਰੋਟੀ ਖਾ ਕੇ ਆਇਆ ਹੈ ਅਤੇ ਨਾ ਹੀ ਨਾਲ ਲੈ ਕੇ ਆਇਆ ਹੈ, ਤੁਸੀਂ ਉਸ ਲਈ ਕੀ ਕਰੋਗੇ? ਅਸੀਂ ਆਪਣੀ ਰੋਟੀ ਉਸ ਨਾਲ ਵੰਡ ਕੇ ਖਾਵਾਂਗੇ, ਭਾਵ ਕਿ ਅਸੀਂ ਆਪਣਾ ਲੰਚ ਉਸ ਨਾਲ ਸ਼ੇਅਰ ਕਰ ਲਵਾਂਗੇ। ਇੱਕ ਚੰਗਾ ਦੋਸਤ ਉਹੀ ਹੁੰਦਾ ਹੈ ਜੋ ਆਪਣੇ ਦੋਸਤ ਦੀ ਮਜਬੂਰੀ ਨੂੰ ਸਮਝਦਾ ਹੈ। ਜੇਕਰ ਸਾਡਾ ਦੋਸਤ ਕਿਸੇ ਮਜਬੂਰੀ ਵਸ ਲੰਚ ਨਹੀਂ ਲੈ ਕੇ ਆਇਆ ਤਾਂ ਅਸੀਂ ਆਪਣੇ ਲੰਚ ਜਾਂ ਆਪਣੀ ਰੋਟੀ ਨੂੰ ਉਸ ਨਾਲ ਵੰਡ ਕੇ ਖਾਵਾਂਗੇ। ਤਾਂ ਅਗਲੀ ਐਕਟੀਵਿਟੀ, ਡਾਇਰੀ ਲਿਖਣਾ ਭਾਗ ਵਿੱਚੋਂ। ਅੱਜ ਆਪਣੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਹੋਈਆਂ ਗਤੀਵਿਧੀਆਂ ਨੂੰ ਆਪਣੀ ਡਾਇਰੀ ਵਿੱਚ ਲਿਖੋ। ਤਾਂ ਦੋਸਤੋ, ਇਸ ਨੂੰ ਤੁਸੀਂ ਆਪਣੀ ਸਮਝ ਦੇ ਅਨੁਸਾਰ ਭਰਨਾ ਹੈ ਕਿ ਤੁਸੀਂ ਕੀ ਐਕਟੀਵਿਟੀ ਕੀਤੀ ਸੀ। ਪਹਿਲਾਂ ਮਿਤੀ ਲਿਖਣੀ ਹੈ, ਫਿਰ ਦਿਨ ਲਿਖਣਾ ਹੈ, ਫਿਰ ਸਮਾਂ ਲਿਖਣਾ ਹੈ ਕਿ ਤੁਸੀਂ ਡਾਇਰੀ ਕਿੰਨੇ ਵਜੇ ਨੋਟ ਕਰ ਰਹੇ ਹੋ। ਫਿਰ ਤੁਸੀਂ ਆਪਣੀ ਸਮਝ ਦੇ ਅਨੁਸਾਰ ਕੁਛ ਵੀ ਭਰ ਸਕਦੇ ਹੋ, ਜਿਵੇਂ ਕਿ ਮੈਂ ਭਰਿਆ ਹੈ, ਅੱਜ ਸਵੇਰੇ ਪ੍ਰਾਰਥਨਾ ਦੀ ਘੰਟੀ ਵੱਜਦੇ ਸਾਰ ਸਾਡੀ ਪੂਰੀ ਜਮਾਤ ਗਰਾਊਂਡ ਵਿੱਚ ਹਾਜ਼ਰ ਹੋ ਗਈ। ਸਾਰਾ ਸਕੂਲ ਭਾਵ ਅਧਿਆਪਕ, ਬੱਚੇ, ਚਪੜਾਸੀ ਆਦਿ ਸਭ ਉੱਥੇ ਹੀ ਮੌਜੂਦ ਸਨ। ਚਾਰੇ ਪਾਸੇ ਅਨੁਸ਼ਾਸਨ ਨਜ਼ਰ ਆ ਰਿਹਾ ਸੀ, ਭਾਵ ਸਾਰੇ ਬੜੇ ਡਿਸਪਲਿਨ ਦੇ ਵਿੱਚ ਖੜ੍ਹੇ ਸਨ। ਸਭ ਨੇ ਮਿਲ ਕੇ ਸ਼ਬਦ ਉਚਾਰਨ ਕੀਤਾ, ਭਾਵ ਕਿ ਸਵੇਰ ਦੀ ਪ੍ਰਾਰਥਨਾ ਵਿੱਚ ਜੋ ਵੀ ਸ਼ਬਦ ਕੀਰਤਨ ਜਾਂ ਭਜਨ ਬੋਲਿਆ ਜਾਂਦਾ ਹੈ ਉਹ ਸਾਰਿਆਂ ਨੇ ਮਿਲ ਕੇ ਬੋਲਿਆ। ਫਿਰ ਪੀਟੀ ਵਾਲੇ ਸਰ ਨੇ ਬੱਚਿਆਂ ਤੋਂ ਪੀਟੀ ਕਰਵਾਈ ਅਤੇ ਫਿਰ ਪ੍ਰਿੰਸੀਪਲ ਸਰ ਨੇ ਸਭ ਨੂੰ ਸੰਬੋਧਿਤ ਕੀਤਾ, ਭਾਵ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਜਿਸ ਵਿੱਚ ਕੁਝ ਚੰਗੀਆਂ ਗੱਲਾਂ ਦੱਸੀਆਂ। ਇਸ ਤੋਂ ਬਾਅਦ ਸਾਰੇ ਵਿਦਿਆਰਥੀ ਆਪਣੀ ਆਪਣੀ ਕਲਾਸ ਵਿੱਚ ਚਲੇ ਗਏ ਅਤੇ ਪੜ੍ਹਾਈ ਸ਼ੁਰੂ ਹੋ ਗਈ। ਤਾਂ ਥੱਲੇ ਆਪਣੇ ਹਸਤਾਖਰ ਕਰ ਦੇਣੇ ਹਨ। ਤਾਂ ਮੈਨੂੰ ਉਮੀਦ ਹੈ ਦੋਸਤੋ, ਤੁਸੀਂ ਡਾਇਰੀ ਲਿਖਣੀ ਸਿੱਖ ਗਏ ਹੋਵੋਗੇ। ਅਗਲੀ ਐਕਟੀਵਿਟੀ, ਦੂਸਰੇ ਦਿਨ ਭਰ ਵਿੱਚ ਵਾਪਰੀ ਸਭ ਤੋਂ ਖੂਬਸੂਰਤ ਘਟਨਾ ਆਪਣੀ ਡਾਇਰੀ ਵਿੱਚ ਨੋਟ ਕਰੋ। ਇਸ ਵਿੱਚ ਤੁਸੀਂ ਕੋਈ ਵੀ ਆਪਣੀ ਘਟਨਾ ਨੋਟ ਕਰਨੀ ਹੈ ਜੋ ਤੁਹਾਨੂੰ ਚੰਗੀ ਲੱਗੀ ਹੋਵੇ, ਜੋ ਤੁਹਾਨੂੰ ਖੂਬਸੂਰਤ ਲੱਗੀ ਹੋਵੇ। ਫਿਰ ਉਸੇ ਤਰ੍ਹਾਂ ਮਿਤੀ, ਦਿਨ, ਸਮਾਂ। ਮੈਨੂੰ ਜਿਹੜੀ ਇੱਥੇ ਘਟਨਾ ਚੰਗੀ ਲੱਗੀ ਹੈ ਮੈਂ ਆਪਣੇ ਮੁਤਾਬਕ ਭਰ ਰਿਹਾ ਹਾਂ। ਅੱਜ ਸਾਡੇ ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਇਆ ਜਿਸ ਵਿੱਚ ਅਨੇਕਾਂ ਬੱਚਿਆਂ ਨੇ ਭਾਗ ਲਿਆ। ਮੈਂ ਵੀ ਗੀਤ ਗਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ, ਭਾਵ ਕਿ ਮੈਂ ਵੀ ਗੀਤ ਗਾਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਾਡੇ ਸਿੱਖਿਆ ਮੰਤਰੀ ਸਨ ਜੋ ਬੜੇ ਹੀ ਗਿਆਨਵਾਨ ਅਤੇ ਸੂਝਵਾਨ ਸਨ। ਪ੍ਰੋਗਰਾਮ ਦੀ ਸਮਾਪਤੀ 'ਤੇ ਉਹਨਾਂ ਨੇ ਸਭ ਨੂੰ ਸੰਬੋਧਿਤ ਕੀਤਾ। ਫਿਰ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਡਾਇਰੀ ਵਿੱਚ ਕਿਵੇਂ ਅਤੇ ਕੀ ਨੋਟ ਕਰਨਾ ਹੈ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ। ਨੈਕਸਟ ਐਕਟੀਵਿਟੀ, ਤੀਸਰੇ ਦਿਨ ਤੁਸੀਂ ਪਿਛਲੇ ਦਿਨਾਂ ਦੌਰਾਨ ਆਪਣੇ ਹੱਥੀਂ ਕੀਤਾ ਹੋਇਆ ਕੋਈ ਉਹ ਕੰਮ ਜਿਸ ਨੂੰ ਕਰਕੇ ਤੁਹਾਡੇ ਮਨ ਨੂੰ ਅਜੀਬ ਖੁਸ਼ੀ ਮਿਲੀ ਹੋਵੇ ਉਸ ਨੂੰ ਆਪਣੀ ਡਾਇਰੀ ਵਿੱਚ ਦਰਜ ਕਰੋ, ਭਾਵ ਕਿ ਅਜਿਹਾ ਕੰਮ ਜਿਸ ਨੂੰ ਕਰਕੇ ਤੁਹਾਨੂੰ ਉਹ ਨੋਟ ਕਰਨਾ ਹੈ। ਮੇਰੇ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਮੈਂ ਇਹ ਨੋਟ ਕਰ ਰਿਹਾ ਸੀ ਕਿ ਮਾਲੀ ਅੰਕਲ ਛੁੱਟੀ 'ਤੇ ਚੱਲ ਰਹੇ ਸਨ, ਭਾਵ ਜੋ ਸਾਡੇ ਸਕੂਲ ਦੇ ਮਾਲੀ ਸਨ ਉਹ ਛੁੱਟੀ 'ਤੇ ਚੱਲ ਰਹੇ ਸਨ, ਜਿਸ ਕਰਕੇ ਬੂਟਿਆਂ ਅਤੇ ਫੁੱਲਾਂ ਦੀਆਂ ਕਿਆਰੀਆਂ ਸੁੱਕੀਆਂ ਜਾ ਰਹੀਆਂ ਸਨ, ਜਿਸ ਕਰਕੇ ਬੂਟੇ ਮੁਰਝਾ ਰਹੇ ਸਨ। ਮੈਂ ਪ੍ਰਿੰਸੀਪਲ ਸਰ ਦੀ ਇਜਾਜ਼ਤ ਲੈ ਕੇ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਸਾਰੇ ਹੀ ਬੂਟਿਆਂ ਨੂੰ ਉਚਿਤ ਮਾਤਰਾ ਵਿੱਚ ਪਾਣੀ ਦਿੱਤਾ, ਜਿਸ ਤੋਂ ਬਾਅਦ ਫੁੱਲਾਂ ਵਿੱਚ ਤਾਜ਼ਗੀ ਆ ਗਈ। ਲਾਸਟ ਦੇ ਵਿੱਚ ਆਪਣੇ ਹਸਤਾਖਰ ਕਰ ਦੇਣੇ ਹਨ। ਤਾਂ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਡਾਇਰੀ ਲਿਖਣ ਦੀ ਕਲਾ ਸਿੱਖ ਗਏ ਹੋਵੋਗੇ। ਤਾਂ ਦੋਸਤੋ, ਹੋਰ ਚੈਨਲ ਦੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਦੋਸਤੋ।